ਨੀਲੀ ਦੀ ਪਹਿਚਾਣ ਹੈ ਉਹ ਕੀ ਹੈ? ਇਹਦੀ ਜਿਹੜੀ ਹੈ ਮੱਝ ਦਾ ਕੱਦ, ਇਹਦੀ ਖੂਬਸੂਰਤੀ, ਇਹਦਾ ਥਣ ਚੱਡਾ ਜਿਹੜਾ ਵੇ ਅਸਲ ਇਹਦੀ ਧੁੰਨੀ ਨਹੀਂ, ਕੋਈ ਕੋਲੀ ਨਹੀਂ, ਇਹਦੇ ਪੈਰ ਹਰ ਚੀਜ਼ ਜਿਹੜੀ ਹੈ ਨਾ ਖੂਬਸੂਰਤ ਹੈ, ਕੋਈ ਧੁੰਨੀ ਨਹੀਂ ਇਹਨੂੰ, ਕੋਈ ਕੋਲੀ ਨਹੀਂ। ਅੱਛਾ, ਜਿਹੜੇ ਬੰਦੇ ਨਹੀਂ ਜਾਣਦੇ ਕਿ ਨੀਲੀ ਜਿਹੜੀ ਮੱਝ ਉਹਦੀ ਕੀ ਪਹਿਚਾਣ ਹੈ, ਉਹਦਾ ਤੁਹਾਨੂੰ ਦੋ ਚਾਰ ਗੱਲਾਂ ਦੱਸੀਆਂ ਨੇ, ਮਜ਼ੀਦ ਵੀ ਕੋ ਦੱਸਿਓ। बिस्मिल्लाहिर्रहमानिर्रहीम, अस्सलाम वालेकुम। बिज़नेस इन्फो के तमाम व्यूअर्स को खुशामदीद कहता हूँ। आज की वीडियो एक इंतहाई अहम वीडियो है। उसकी वजह यह है कि आज की वीडियो में नीली भैंसों के एक ऐसे फार्मर से मुलाकात करवाई जाएगी जिनके पास 15 तमाम नीली नस्ल की भैंसें हैं। और सबसे बढ़कर इस वीडियो के एंड पे तमाम वो ज़रूरी बातें हैं कि अगर कोई शख्स नीली भैंसों के बारे में नहीं जानता तो उसको नीली भैंसों की पहचान भी करवाई जाएगी। तो आइए नाजरीन, आज का एक इंतहाई अहम वीडियो, इंतहाई अहम इंटरव्यू शुरू करते हैं। अस्सलाम वालेकुम जी। ਵਾਲੇਕਮ ਸਲਾਮ। जी सर, अपना नाम ज़रा दस्यो। ਸੈਫਰਮਾਨ सैफुर रहमान साहब, ਕਿਹੜਾ ਪਿੰਡ ਜੇ ਹੈ? ਪਿੰਡ ਸਾਡਾ ਕਾਕੇ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਕਸੂਰ ਹੈ, ਅੱਡਾ ਭਾਗਵਾਲ ਮਹਾਰਾਜ ਕਾ ਰੋਡ ਹੈ। ਬਹੁਤ ਸ਼ੁਕਰੀਆ ਜੀ। ਅੱਛਾ, ਇਹ ਤੁਸੀਂ ਦੱਸਿਓ ਕਿ ਤੁਹਾਡੇ ਕੋਲ ਕਿੰਨੀਆਂ ਮੱਝਾਂ ਨੇ? ਮੱਝਾਂ ਸਾਡੇ ਕੋਲ 15 ਨੇ ਇਸ ਟਾਈਮ। ਮਾਸ਼ਾਅੱਲਾ 15 ਮੱਝਾਂ ਨੇ। ਹਾਂਜੀ, ਸੈਫੁਰ ਰਹਿਮਾਨ ਸਾਹਿਬ, ਇਹਨਾਂ ਦੀ ਨਸਲ ਕਿਹੜੀ ਕਿਹੜੀ ਹੈ ਤੁਹਾਡੇ ਕੋਲ? ਕਿਹੜੀਆਂ ਮੱਝਾਂ ਅਸੀਂ ਨੇ? ਮੱਝਾਂ ਆਰਫ ਵਾਲੇ ਤੋਂ ਲਿਆਉਂਦੇ ਹਾਂ, ਕਬੂਲੇ ਤੋਂ, ਦਰਿਆਏ ਸਤਲੁਜ ਤੋਂ। ਅੱਛਾ, ਇਹ ਨੀਲੀ ਦੇ ਇਲਾਕੇ ਦੀਆਂ ਮੱਝਾਂ ਨੇ। ਨੀਲੀ ਹੈ। ਹਾਂਜੀ, ਉਹ ਨੀਲੀ ਤੋਂ ਇਲਾਵਾ ਵੀ ਕੋਈ ਹੈ ਤੁਹਾਡੇ ਕੋਲ ਨਸਲ? ਨਹੀਂ ਹੋਰ ਸਾਡੇ ਕੋਲ ਕੋਈ ਨਹੀਂ। ਹੋਰ ਕੋਈ ਨਸਲ ਨਹੀਂ। ਤੇ ਕੀ ਵਜ੍ਹਾ ਤੁਸੀਂ ਨੀਲੀ ਹੀ ਲਿਆਉਂਦੇ ਹੋ? ਇਹ ਦੁੱਧ ਇਹਨਾਂ ਦੀ ਲਾਮ ਜ਼ਿਆਦਾ ਹੈ, 2-2 ਸਾਲ ਦੁੱਧ ਦੇ ਜਾਂਦੀਆਂ ਨੇ, 1.5 ਸਾਲ। ਇੱਥੋਂ ਵਾਲੀਆਂ ਜਿਹੜੀਆਂ ਮਈਆਂ ਨੇ 6 ਮਹੀਨੇ 7 ਮਹੀਨੇ ਦੁੱਧ ਦਿੰਦੀਆਂ ਨੇ। ਠੀਕ ਹੋ ਇਹਨਾਂ ਦੀ ਗਿਆ, ਦੁੱਧ ਦੀ ਲੰਬਾਈ ਜਿਹੜਾ ਨਾ ਤਕਰੀਬਨ 1.5-2 ਸਾਲ ਵੀ ਚੱਲ ਜਾਂਦੀ ਹੈ। ठीक हो ਇਹਨਾਂ गया। ਦੀ ਦੁੱਧ ਦੀ ਐਵਰੇਜ ਜਿਹੜੀ ਹੈ ਨਾ, ਜਿਹੜੀ अच्छी मझ 18 के मालिक सैफुर रहमान साहब हमारे पास मौजूद हैं। हैं। वो इसकी कीमत भी बताएंगे और सर ਤੁਹਾਡੇ ਕੋਲ ਇਸ ਟਾਈਮ ਕਿੰਨੀਆਂ ਮੱਝਾਂ ਨੇ ਜਿਹੜੀਆਂ ਸੂਈਆਂ? ਭੈਂਸ के हवाले से जितनी भी मालूमात है वो आप तक पहुंचाएंगे। ਤੇ ਜਿਹੜੀਆਂ ਤਿੰਨ ਨੇ ਉਹ ਸੂਣ ਵਾਲੀਆਂ ਨੇ ਜਾਂ ਸ਼ੇਅਰ ਕਰ ਦੂੰਗਾ। ਠੀਕ ਹੈ। अगर ਤੁਸੀਂ ਇਹਨਾਂ ਦੀ ਰੂਟੀਨ ਸਾਨੂੰ ਦੱਸ ਸਕਦੇ ਹੋ ਕਿ ਸਵੇਰ ਦੇ ਟਾਈਮ ਤੁਸੀਂ ਕਿੰਨੇ ਵੀ ਪੱਠੇ ਪਾਉਂਦੇ ਹੋ, ਫਿਰ ਕਿੰਨੇ ਵੀ और नीली है हर हवाले से हर लिहाज से किन्ने भी फिर पट्ठे बांधते हो? इंशाल्लाह ये सारी मालूमात आपको उनसे इंटरव्यू लेते वक्त आपको बताते हैं। ਪੱਠੇ ਪਾਈ ਆ, ਪਹਿਲਾਂ ਇਹਨਾਂ ਨੂੰ ਥੋੜੀ ਥੋੜੀ ਟੂੜੀ ਪਾਈ ਦੀ ਹੈ। ठीक है जी, ਤੇ ਵੰਡਾ ਝਾਰੀਦਾ ਇਹਨਾਂ ਨੂੰ। ठीक हो गया जी, ਬਾਅਦ ਵਿੱਚ ਜਿਹੜਾ ਨਾ ਇਹਨਾਂ ਨੂੰ ਥੋੜਾ ਥੋੜਾ ਚਾਰਾ ਹਰਾ ਸਬਜ਼ ਝਾਰੀਦਾ। ठीक हो गया जी, ਤੇ ਬਾਅਦ ਚ ਫਿਰ ਇਹਨਾਂ ਨੂੰ ਨਵਾਲ ਕੇ ਪਾਣੀ ਡਾਹ ਕੇ ਪੱਖਿਆਂ ਥੱਲੇ ਬਰਾਂਡੇ ਚ ਬੰਨ ਦਈਦਾ। ठीक है जी, ਬਾਅਦ ਚ ਜਿਹੜਾ ਇਹਨਾਂ ਨੂੰ ਫਿਰ 2 ਵਜੇ ਪੱਠੇ ਪਾ ਦੇਈਦੇ। ਠੀਕ ਹੈ। ਤੇ ਖੋਲਦੇ ਕਿੰਨੀ ਦੇਰ ਵਾਸਤੇ? ਗਾਂ ਦੀ ਬਾਰੇ ਵੀ ਸਾਨੂੰ ਦੱਸ ਦਿਓ ਸਾਰਾ। ਅੱਛਾ, ਬਾਹਰ ਨਹੀਂ ਤੁਸੀਂ ਖੋਲਦੇ? ਤੇ ਅਕਸਰ ਲੋਕ ਕਹਿੰਦੇ ਨੇ ਕਿ ਜਿਹੜਾ ਡੰਗਰ ਹੈ ਉਹ ਖੁੱਲਾ ਬਿਹਤਰ ਰਹਿੰਦਾ ਹੈ। ਹਾਂਜੀ, ਖੁੱਲਾ ਤੇ ਕੀ ਵਜ੍ਹਾ ਤੁਸੀਂ ਕਿਉਂ ਨਹੀਂ ਖੋਲਦੇ? ਸਾਡੇ ਕੋਲ ਜਗ੍ਹਾ ਥੋੜੀ ਹੈ ਇੱਥੇ, ਮਸਲਨ ਮੁੰਜੀ ਸ਼ੁੰਜੀ ਉਸ ਇਲਾਕਾ ਹੋ ਜਾਂਦਾ ਨਹੀਂ ਜਿਹੜਾ ਚਰਾਈ ਵਾਲਾ ਹੋਵੇ। ਸਹੀ ਹੈ। ਤੇ ਤੁਸੀਂ ਇਹ ਦੱਸਿਓ ਕਿ ਇਹ 15 ਡੰਗਰਾਂ ਨੂੰ ਕਿੰਨੇ ਬੰਦੇ ਸੰਭਾਲ ਰਹੇ ਨੇ? ਬੰਦੇ ਆ ਜਿਹੜਾ ਨਾ ਇਹਨਾਂ ਨੂੰ ਦੋ ਬੰਦੇ ਸੰਭਾਲ ਰਹੇ ਨੇ ਔਰ ਉਹ ਬਿਹਤਰੀਨ ਤਰੀਕੇ ਨਾਲ ਸੰਭਾਲ ਰਹੇ ਨੇ। ਠੀਕ। ਅੱਛਾ, ਤੇ ਮਾਸ਼ਾਅੱਲਾ ਤੁਹਾਡੀਆਂ ਮੱਝਾਂ ਸੋਹਣੀਆਂ ਨੇ, ਨਜ਼ਰ ਨਾ ਲਗਾਏ, ਔਰ ਸਾਫ਼ ਸੁਥਰੀਆਂ ਤੁਸੀਂ ਰੱਖੀਆਂ ਨੇ। ਤੇ ਇਹਨਾਂ ਤੋਂ ਤੁਸੀਂ ਦਿਹਾੜੀ ਦਾ ਕਿੰਨਾ ਕੁ ਦੁੱਧ ਲੈਂਦੇ ਹੋ? ਇਹਨਾਂ ਦਾ ਜਿਹੜਾ ਦੁੱਧ ਇਹਨਾਂ ਦਾ ਸਾਨੂੰ ਮੱਝਾਂ ਦਾ ਜੀ। ਉਹ 125 ਕਿਲੋ ਜਿਹੜਾ ਨਾ ਹੋ ਜਾਂਦਾ ਉਹ। ਠੀਕ ਹੈ। ਦੁੱਧ ਜਿਹੜਾ ਤੁਸੀਂ ਉਹ ਪਿੰਡ ਵਿੱਚ ਕਿਤੇ ਵੇਚਦੇ ਹੋ ਜਾਂ ਦੋਧੀ ਨੂੰ ਇਹ ਵੇਚਦੇ? ਇੱਥੇ ਦੋਧੀ ਨੂੰ ਦਿੰਦੇ ਆ। ਠੀਕ ਹੈ। ਤੇ ਇਹਨਾਂ ਦਾ ਖਰਚਾ ਤੁਸੀਂ ਅਗਰ ਦੱਸ ਸਕਦੇ ਹੋ ਕਿ ਦਿਹਾੜੀ ਦਾ ਸਾਰੀਆਂ ਮੱਝਾਂ ਦਾ ਕਿੰਨਾ ਖਰਚਾ ਆਈ ਜਾਂਦਾ? ਪੱਠੇ ਜਿਹੜੇ ਨੇ ਉਹ ਸਾਡੇ ਘਰ ਦੇ ਨੇ, ਠੀਕ ਹੋ ਗਿਆ ਜੀ, ਉਹ ਸਾਨੂੰ ਮੁੱਲ ਨਹੀਂ ਲੈਣੇ ਪੈਂਦੇ। ਸਹੀ ਹੈ। ਤੇ ਜਿਹੜਾ ਇਹਨਾਂ ਦਾ ਖਰਚਾ ਵੱਡੇ ਦਾ, ਠੀਕ ਹੈ। ਗਾਂ ਦੇ ਬਾਰੇ ਵੀ ਦੱਸੋਗੇ ਤੁਸੀਂ? ਮੱਝ ਦਾ ਇੱਕ ਦਾ ਵੰਡਾ ਚਾਰਦੇ। ਠੀਕ ਹੈ। ਯਾਨੀ ਕਿ ਇੱਕ ਮੱਝ ਦਾ ਤੁਹਾਨੂੰ 300 ਰੁਪਏ ਦਾ ਵੰਡਾ, ਨਹੀਂ ਇਹਨੂੰ ਸੇਲ ਕਰਨਾ ਜਾਂ ਪਾਉਂਦੇ ਹੋ? ਹਾਂਜੀ, ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਜਿਹੜੇ ਤੁਸੀਂ ਇਹਨਾਂ ਨੂੰ ਅਗਰ ਡੰਗਰ ਜਿਹੜਾ ਤੁਹਾਡਾ ਬਿਮਾਰ ਹੁੰਦਾ ਹੈ ਤੇ ਕਿਹੜੀ ਕਿਹੜੀ ਇਹਨਾਂ ਨੂੰ ਬਿਮਾਰੀ ਲੱਗਦੀ ਹੈ ਜਾਂ ਤੁਹਾਡੇ ਜਿਹੜੇ ਤਜਰਬੇ ਦੇ ਵਿੱਚ ਨੇ ਅਸੀਂ ਜਿਹੜਾ ਨਾ ਆਪਣਾ ਡਾਕਟਰਾਂ ਦੇ ਨਿਸਬਤ ਮੁਤਾਬਕ ਕਾਫੀ ਜ਼ਿਆਦਾ ਇਹਨਾਂ ਨੂੰ ਜਾਣਦੇ ਆ। ਬੜੀ ਗੱਲ ਹੈ ਜੀ, ਮਾਸ਼ਾਅੱਲਾ। ਤੇ ਅਸੀਂ ਇਹਨਾਂ ਦੀ ਸਭ ਤੋਂ ਪਹਿਲੇ ਤਾਂ ਜਿਹੜੀ ਬਾਅਦ ਲੋਕਾਂ ਨੂੰ ਪਤਾ ਨਹੀਂ ਕਿ ਡੰਗਰਾਂ ਦੇ ਅੰਦਰ ਕਿਰਮ ਨਹੀਂ ਹੁੰਦੇ ਨੇ, ਕਿੰਨੇ ਹੁੰਦੇ। ਅੱਛਾ, ਅਸੀਂ ਸਭ ਤੋਂ ਪਹਿਲੇ ਇਹਨਾਂ ਨੂੰ ਕਿਰਮ ਵਾਲੀ ਦਵਾਈ ਪਿਆਉਂਦੇ ਹਾਂ, ਜਦੋਂ 1 ਮਹੀਨਾ ਸੁਣਨ ਨੂੰ ਜਾਂਦਾ ਹੈ। ਠੀਕ ਹੈ। ਬਾਅਦ ਵਿੱਚ 3 ਮਹੀਨੇ ਬਾਅਦ ਇਹਨਾਂ ਨੂੰ ਜਿਹੜੀ ਹੈ ਨਾ ਅਸੀਂ ਇਹ ਦਵਾਈ ਸਾਲ 'ਚ 4 ਵਾਰੀ ਪਿਲਾ ਦਿੰਦੇ ਹਾਂ। ਅੱਛਾ ਸਰ, ਤੁਹਾਡੀ ਬੜੀ ਵੱਡੀ ਨੇਕੀ ਹੋਏਗੀ ਜਿਹੜਾ ਤੁਸੀਂ ਗੱਲ ਦੱਸ ਰਹੇ ਹੋ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ, ਲੋਕ ਪਰੇਸ਼ਾਨ ਹੋ ਜਾਂਦੇ ਨੇ। ਪਤਾ ਹੀ ਨਹੀਂ ਕਿ ਸਾਡੀ ਮੱਝ ਨੂੰ ਕੀ ਹੈ, ਲੇਕਿਨ ਜਿਹੜੀ ਬੜੀ ਗੱਲ ਹੈ ਜੀ, ਕੀੜਿਆਂ ਦੀ ਕਿਰਮਾਂ ਦੀ ਦਵਾ ਨਾ, ਇਹ ਜਾਨਵਰ ਵਾਸਤੇ ਬਹੁਤ ਅੱਛੀ ਹੈ। ਜਾਨਵਰ ਨੂੰ ਸਾਲ 'ਚ 4 ਵਾਰੀ ਪਿਲਾ ਦਿਓ, ਜਾਨਵਰ ਦੀ ਸਿਹਤ ਅੱਛੀ ਰਹੇਗੀ, ਜਾਨਵਰ ਦੁੱਧ ਜ਼ਿਆਦਾ ਦੇਗਾ, ਉਹਦਾ ਵਜੂਦ ਨਹੀਂ ਕੰਮ ਹੋਏਗਾ। ਅੱਛਾ, ਕਿਰਮਾਂ ਤੋਂ ਇਲਾਵਾ ਕਿਹੜੀ ਬਿਮਾਰੀ ਦੱਸ ਰਹੇ ਹੋ? ਕਿਰਮਾਂ ਤੋਂ ਲਾ ਕੇ ਕੋਈ ਬੁਖਾਰ ਹੋ ਸਕਦਾ, ਮੱਝ ਨੂੰ ਕੋਈ ਹੋਰ ਵੀ ਹੋ ਸਕਦਾ, ਲੇਕਿਨ ਉਹ ਜਿਹੜੇ ਵੀ ਹੋਏ ਨੂੰ ਕਸਰ ਅਸੀਂ ਉਹਨੂੰ ਸਮਝਦੇ ਹਾਂ, ਲਿਆ ਕੇ ਸਟੋਰ ਤੋਂ ਹੀ ਟੀਕਾ ਲਾ ਦਿੰਦੇ ਹਾਂ। ਤੇ ਸਰ, ਕੀ ਵਜ੍ਹਾ ਤੁਸੀਂ ਗਾਵਾਂ ਘੱਟ ਰੱਖੀਆਂ ਨੇ, ਮੱਝਾਂ ਜ਼ਿਆਦਾ ਰੱਖੀਆਂ ਨੇ? ਗਾਂ ਦਾ ਦੁੱਧ ਜਿਹੜਾ ਨਾ ਉਹ ਕੰਮ ਜਿਹੜਾ ਨਾ ਲੋਕ ਇਸਤੇਮਾਲ ਕਰਦੇ ਨੇ, ਉਹ ਫਿਰ ਜਿਹੜਾ ਗਾਂ ਦੀ ਬਾਰੇ ਵੀ ਸਾਨੂੰ ਦੱਸ ਦਿਓ, ਸਾਰਾ ਇੰਟਰਵਿਊ ਦੇ ਦਿਓ। ਠੀਕ ਹੈ। ਤੇ ਤੁਸੀਂ ਇਹ ਜਿਹੜੇ ਪੱਠੇ ਨੇ ਉਹ ਇੱਥੇ ਲੋਕਲ ਹੀ ਬੰਦੇ ਜਿਹੜੇ ਆਪਣੇ ਤੋਂ ਰੱਖੇ ਨੇ ਉਹ ਲਿਆ ਕੇ ਇਹਨਾਂ ਨੂੰ ਸਾਰੇ ਪੱਠੇ ਇੱਥੇ ਹੀ ਪਾ ਭੁੱਲ ਲੈਂਦੇ ਨੇ? ਹਾਂਜੀ ਸਰ। ਅੱਛਾ,
ਤੇ ਸਰਦੀਆਂ ਗਰਮੀਆਂ ਦੇ ਵਿੱਚ ਕੀ ਤੁਹਾਡੇ ਮਾਮਲਾਤ ਹੁੰਦੇ ਨੇ? ਸਰਦੀਆਂ ਦੇ ਵਿੱਚ ਤੁਸੀਂ ਕਿਹੜੀਆਂ ਇਹਤਿਆਤਾਂ ਕਰਦੇ ਹੋ ਤੇ ਗਰਮੀਆਂ 'ਚ ਕਿਹੜੀਆਂ ਕਰਦੇ ਹੋ? ਗਰਮੀਆਂ 'ਚ ਇਹ ਆਪਣਾ ਮੱਝਾਂ ਜਿਹੜੀਆਂ ਨੇ ਇਹਨਾਂ ਨੂੰ ਜ਼ਿਆਦਾ ਜਿਹੜਾ ਪਾਣੀ ਛਾਣੀ ਦੀ ਤਿਆਤ ਇਹਨਾਂ ਦੀ ਕਰਨੀ ਚਾਹੀਦੀ ਹੈ। ਇਹਨਾਂ ਨੂੰ 4-5 ਵਾਰੀ ਜਿਹੜਾ ਨਵਾਲਣਾ ਚਾਹੀਦਾ ਕਿਉਂਕਿ ਗਰਮੀ ਦਾ ਮੌਸਮ ਗਰਮੀ ਬਹੁਤ ਹੈ। ਸਹੀ ਹੈ। ਕਈ ਬੰਦੇ ਜਿਹੜਾ ਨਾਲ ਸੁਬਾਹ ਇੱਕ ਵਾਰੀ ਪਾਣੀ ਡਾਹਦੇ ਨੇ, ਬਾਅਦ 'ਚ ਉੱਥੇ ਬੰਨ ਛੜੀਆਂ ਨੇ, ਉਹਨਾਂ ਨਾਲ ਖਿਆਲ ਨਹੀਂ ਕਰਨਾ, ਲੇਕਿਨ ਇਹਨਾਂ ਨੂੰ 4-5 ਵਾਰੀ ਨਵਾਲਣਾ ਚਾਹੀਦਾ, ਪਾਣੀ ਗਰਮੀ ਡਾਹਣਾ ਚਾਹੀਦਾ। ਠੀਕ ਹੈ, ਬੜੀ ਗੱਲ ਹੈ ਜੀ। ਤੁਸੀਂ ਦੱਸ ਰਹੇ ਹੋ ਕਿ ਮੱਝਾਂ ਨੂੰ ਗਰਮੀਆਂ ਦੇ ਵਿੱਚ 4-5 ਵਾਰੀ ਨਹਾਉਣਾ ਚਾਹੀਦਾ, ਫਿਰ ਇਹ ਖੁਸ਼ ਰਹਿੰਦੀਆਂ। ਹਾਂਜੀ, ਖੁਸ਼ ਰਹਿੰਦੀ। ਠੀਕ ਹੈ। ਤੇ ਜਾਨਵਰ ਦੀ ਸਿਹਤ ਬਰਕਰਾਰ ਰੱਖਣ ਵਾਸਤੇ ਤੁਸੀਂ ਕਿਹੜੇ ਨੁਸਖੇ ਲਾਉਂਦੇ ਹੋ ਕਿ ਜਾਨਵਰ ਬਿਮਾਰ ਨਾ ਹੋਏ ਔਰ ਤਗੜਾ ਹੋਏ? ਨੁਕਸ ਕੋਈ ਵੀ ਨਹੀਂ ਲਾਉਂਦੇ, ਜ਼ਿਆਦਾ ਅਸੀਂ ਜਿਹੜਾ ਉਹਨਾਂ ਨੂੰ ਕਿਰਮ ਦੀ ਦਵਾਈ ਜਿਹੜੀ ਹੈ ਨਾ ਉਹਦੇ ਹਾਲ ਤਿਆਰ ਰੱਖਦੇ, ਉਹਦੇ ਟਾਈਮ ਦੇ ਮੁਤਾਬਕ ਉਹਨੂੰ ਪਿਆਉਂਦੇ ਆ। ਅੱਛਾ, ਠੀਕ ਹੈ। ਤੇ ਸਰ ਦੱਸ ਸਕਦੇ ਹੋ ਕਿ ਦੁੱਧ ਵਧਾਉਣ ਵਾਸਤੇ ਤੁਹਾਡੇ ਕੋਲ ਕੋਈ ਨੁਸਖਾ ਹੈ? ਨਹੀਂ, ਕੋਈ ਕੋਲੀ ਨਹੀਂ। ਡੰਗਰ ਦਾ ਦੁੱਧ ਵਧਾਉਣਾ ਹੈ ਤੇ ਦੁੱਧ ਡੰਗਰ ਨੂੰ ਜਿਹੜਾ ਵੰਡਾ ਹੀ ਆਪਣਾ ਉਹਦੀ ਖੁਰਾਕ ਜਿਹੜੀ ਹੈ ਨਾ ਉਹ ਪੂਰੀ ਕਰੀ ਆ। ਉਹ ਦੁੱਧ ਆਟੋਮੈਟਿਕ ਜਿਹੜੇ ਬੰਦੇ ਨਹੀਂ ਜਾਣਦੇ ਕਿ ਨੀਲੀ ਜਿਹੜੀ ਮੱਝ, ਕੋਈ ਐਸੀ ਗੱਲ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਮੇਰੀ ਆ ਵੀਡੀਓ ਜਿਹੜੇ ਉਹ ਲੋਕ ਵੇਖ ਰਹੇ ਨੇ ਜਿਹੜੇ ਡੰਗਰ ਰੱਖਣਾ ਚਾਹੁੰਦੇ ਨੇ, ਹਾਂਜੀ, ਉਹਨਾਂ ਨੂੰ ਤੁਸੀਂ ਇੱਕ ਨੇਕੀ ਦੇ ਤੌਰ ਤੇ ਇੱਕ ਮਸ਼ਵਰਾ ਦੇਣਾ ਚਾਹੁੰਦੇ ਹੋ? ਕੀ ਮਸ਼ਵਰਾ ਦੇਣਾ ਚਾਹੋਗੇ ਜਿਹੜੇ ਲੋਕ ਡੰਗਰ ਰੱਖਣਾ ਚਾਹੁੰਦੇ ਨੇ? ਕੋਈ ਐਸੀ ਗੱਲ ਜਿਹੜੀ ਲੋਕਾਂ ਨੂੰ ਨਹੀਂ ਪਤਾ ਹੁੰਦੀ ਔਰ ਉਹ ਤੁਸੀਂ ਦੱਸੋ। ਸਭ ਤੋਂ ਪਹਿਲੇ ਤੇ ਜਿਹੜੇ ਇਹ ਲੋਕ ਆਪਣਾ ਡੰਗਰ ਰੱਖਦੇ ਨੇ ਨਾ, ਇਹ ਜਿਹੜੇ ਜਾਨਵਰਾਂ ਪਿੱਛੇ ਮੱਝਾਂ ਪਿੱਛੇ ਬੱਚੇ ਹੁੰਦੇ ਨੇ ਨਾ, ਉਹਨਾਂ ਨੂੰ ਨਹੀਂ ਪਾਲਦੇ। ਅੱਛਾ, ਇਹ ਲੇਕਿਨ ਇਹ ਸਾਡੇ ਦੇਖੋ ਇਹ ਬੱਚੇ ਨੇ ਆਹ ਪਾਲੇ ਘਰ ਇਹ ਮੱਝਾਂ ਦੇ। ਠੀਕ ਹੈ। ਇਹ ਸਾਲ ਦਾ ਕੋਈ 2 ਸਾਲ ਦਾ ਬੱਚਾ ਹੋਵੇ, ਸਾਨੂੰ ਇਹ 2 ਸਾਲ ਦੀ ਕੱਟੀ ਏ, ਇਹਦਾ 1,20,000 ਰੁਪਇਆ ਬੰਦੇ ਦਿੰਦੇ ਨੇ, ਅਸੀਂ ਨਹੀਂ ਫਰੋਖਤ ਕਰਦੇ। ਠੀਕ ਹੈ। ਅਸੀਂ ਇਹਨੂੰ ਜਿਹੜਾ ਨਾ ਤਿਆਰ ਕਰਾਂਗੇ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ 4 ਲੱਖ ਦੀ 3 ਦੀ ਮੱਝ ਬਣੇਗੀ। ਯਾਨੀ ਤੁਹਾਡਾ ਕਹਿਣਾ ਐਵੇਂ ਕਿ ਸਬਰ ਕਰਨਾ ਚਾਹੀਦਾ ਹੈ? ਸਬਰ ਕਰਨਾ ਚਾਹੀਦਾ। ਇਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਸਿਹਤਮੰਦ, ਉਹਨਾਂ ਦੀ ਦਵਾਈ ਦਾ ਖਿਆਲ ਰੱਖਣਾ ਚਾਹੀਦਾ, ਉਹਨਾਂ ਨੂੰ ਦੁੱਧ ਪਿਆਉਣਾ ਚਾਹੀਦਾ। ਬਾਅਦ 'ਚ ਉਹਨਾਂ ਨੂੰ ਆਪਣਾ ਖਲ ਵੰਡਾ ਜਦੋਂ ਸ਼ੁਰੂ ਕਰ ਦਿੰਦੇ ਨੇ ਖਾਣਾ, ਉਹ ਜਿਹੜਾ ਨਾ ਆਪੇ ਸ਼ੁਰੂ ਹੋ ਜਾਂਦੇ ਨੇ ਜ਼ਿਆਦਾ ਫੁੱਲਣੇ। ਅੱਛਾ, ਕੱਟੀਆਂ ਤਾਂ ਤੁਸੀਂ ਘਰ ਉਹਨਾਂ ਨੂੰ ਬਣਾ ਕੇ ਤੇ ਫਿਰ ਵੇਚਦੇ ਹੋ, ਮੱਝਾਂ ਬਣਾ ਕੇ? ਹਾਂਜੀ। ਜਿਹੜੇ ਕੱਟੇ ਨੇ ਉਹਨਾਂ ਦਾ ਕੀ ਕਰਦੇ ਹੋ? ਕੱਟੇ ਵੀ ਜਿਹੜੇ ਨੇ ਉਹ ਵੀ ਜ਼ਿਆਦਾ ਜੋ ਜਵਾਨ ਹੁੰਦੇ ਨੇ ਵੇਚਦੇ ਹੀ ਨੇ। ਉਦੋਂ ਵੇਚੀਦੇ ਨੇ, ਫਿਰ ਉਹਦਾ ਮੁੱਲ ਜ਼ਿਆਦਾ ਲੱਗਦਾ। ਹਾਂਜੀ। ਠੀਕ। ਅੱਛਾ ਜੀ ਭਾਈਜਾਨ, ਇਹ ਦੱਸਿਓ ਕਿ ਜਿਹੜੇ ਨੀਲੀ ਦੀ ਪਹਿਚਾਣ ਹੈ ਉਹ ਕੀ ਹੈ? ਇਹਦੀ ਜਿਹੜੀ ਹੈ ਮੱਝ ਦਾ ਕੱਦ, ਇਹਦੀ ਖੂਬਸੂਰਤੀ, ਇਹਦਾ ਥਣ ਚੱਡਾ ਜਿਹੜਾ ਵੇ, ਅਸਲ ਇਹਦੀ ਧੁੰਨੀ ਨਹੀਂ, ਕੋਈ ਕੋਲੀ ਨਹੀਂ, ਇਹਦੇ ਪੈਰ, ਹਰ ਚੀਜ਼ ਜਿਹੜੀ ਹੈ ਨਾ ਖੂਬਸੂਰਤ ਹੈ, ਕੋਈ ਧੁੰਨੀ ਨਹੀਂ, ਇਹਨੂੰ ਕੋਈ ਕੋਲੀ ਨਹੀਂ। ਅੱਛਾ, ਜਿਹੜੇ ਬੰਦੇ ਨਹੀਂ ਜਾਣਦੇ ਕਿ ਨੀਲੀ ਜਿਹੜੀ ਮੱਝ ਉਹਦੀ ਕੀ ਪਹਿਚਾਣ ਹੈ, ਉਹਦਾ ਤੁਹਾਨੂੰ 2-4 ਗੱਲਾਂ ਦੱਸੀਆਂ ਨੇ, ਮਜ਼ੀਦ ਵੀ ਕੋ ਦੱਸਿਓ। ਬਰੀਕ ਧਾਗੇ ਅੰਗਰਾਂ ਦੀ ਪੂਛ ਹੈ। ਅੱਛਾ, ਠੀਕ ਹੋ ਗਿਆ। ਵੇਟ ਕੇ ਤੁਸੀਂ ਇਹਦੀ ਕੰਨ ਦੇ ਉੱਪਰ ਰੱਖ ਸਕਦੇ ਹੋ। ਠੀਕ ਹੈ। ਚਮੜੀ ਜਿੱਥੋਂ ਫੜੋ ਪਿਆਂਗੇ ਫੱਟੀ ਜਾਏਗੀ ਜਿਵੇਂ ਰੋਜ਼ ਇਹ ਬਰੀਕ ਹੈ, ਠੀਕ ਹੈ। ਤਾਕਤ ਵਰਗੀ ਇਹਦੀ ਕੋਈ ਧੁੰਨੀ ਨਹੀਂ, ਸਹੀ ਕੋਈ ਹੋ ਇਹਦੀ ਗਿਆ। ਕੋਲੀ ਨਹੀਂ। ਇੱਕ ਰੰਗ ਹੈ। ਤੇ ਇਹ ਸਿੰਘਾਂ ਦੇ ਬਾਰੇ ਚ ਵੀ ਦੱਸਿਓ। ਇੱਕ ਰੰਗ ਇਹਦਾ ਸ਼ਾਹ ਕਾਲਾ ਰੰਗ ਹੈ, ਠੀਕ ਹੋ ਗਿਆ। ਪੂਛ ਥੋੜਾ ਜਿਹਾ ਚਿੱਟਾ ਹੈ। ਯਾਨੀ ਇਹਦਾ ਰੰਗ ਜਿਹੜਾ ਵੇ ਉਹ ਬਹੁਤ ਜ਼ਿਆਦਾ ਕਾਲਾ ਹੁੰਦਾ ਹਾਂਜੀ, ਸ਼ਾਹ ਕਾਲਾ ਇੱਕ ਰੰਗ ਦੀ ਹੈ। ਔਰ ਪੂੰਛ ਦੀ ਜਿਹੜੀ ਉਹ ਨਰਮ ਹੁੰਦੀ ਹੈ, ਜਿਲਦ ਵੀ ਨਰਮ ਹੁੰਦੀ ਹੈ, ਧੁੰਨੀਆਂ ਦੀ ਨਹੀਂ ਹੁੰਦੀ। ਧੁੰਨੀ ਇਹਦੀ ਨਹੀਂ, ਕੋਲੀ ਇਹਦੀ ਕੋਈ ਨਹੀਂ। ਇਹ ਸਿੰਘਾਂ ਦੇ ਵੀ ਤੁਸੀਂ ਕੋਈ ਤੇਲ ਛੇ ਲਾਇਆ? ਇਹ ਕਿਉਂ ਲਾਇਆ? ਸਿੰਘੋਂ ਜਿਹੜਾ ਨਵਾਲੀ ਹੈ ਮੈਂ ਤੇਲ ਛਿੜਲਾਇਆ। ਅੱਛਾ, ਠੀਕ ਹੈ। ਤੇ ਜਿਹੜੇ ਬੰਦੇ ਨਹੀਂ ਜਾਣਦੇ ਉਹਨਾਂ ਨੂੰ ਤੁਸੀਂ ਇਹ ਦੱਸ ਦਿੱਤੀਆਂ ਨੇ ਕਿ ਇਹ ਪਹਿਚਾਨਾਂ ਨੇ। ਹਾਂਜੀ, ਠੀਕ ਇਹਦੇ ਹੈ। ਕੋਲ ਹੁਣ 14 ਕਿਲੋ ਦੁੱਧ ਹੈ, ਲੇਕਿਨ 15-18 ਦਿਨ ਤੇ ਜੋ ਜਾਏਗੀ 20 ਕਿਲੋ ਦੁੱਧ ਕਰੇਗੀ। ਅੱਛਾ, ਇਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਕੁ ਦੁੱਧ ਦੇ ਛੱਡਦੀ ਹੈ? 20 ਕਿਲੋ ਦੇ ਦੇਗੀ। 20 ਕਿਲੋ ਦੇ ਦਿੰਦੀ ਹੈ ਇੱਕ ਟਾਈਮ ਦਾ? ਨਹੀਂ, 2 ਟਾਈਮ ਦਾ। 2 ਟਾਈਮ ਦਾ 20 ਕਿਲੋ। ਠੀਕ ਹੈ। ਇਹਦੀ ਕੀਮਤ ਤੁਸੀਂ ਦਸੀਏ 4.5 ਲੱਖ ਤੁਸੀਂ ਹੀਰ ਇਹਨੂੰ ਦਵੋਗੇ? ਹਾਂਜੀ। ਠੀਕ ਹੈ। ਕੋਈ ਜਿਹੜੇ ਲੋਕ ਕਮੋ ਤੁਹਾਨੂੰ ਕਮੋ ਬੇਸ਼ੀ ਜਿਹੜਾ ਬੰਦਾ ਕੋ ਤੁਹਾਡੇ ਨਾਲ ਬਾਰਗੇਨਿੰਗ ਕਰਨਾ ਚਾਹੁੰਦਾ ਹੈ ਉਹ ਆ ਕੇ ਇੱਥੇ ਗੱਲਬਾਤ ਕਰ ਸਕਦਾ ਹੈ? ਕਮੋ ਪੇਸ਼ ਹੋ ਸਕਦੀ ਹੈ। ਠੀਕ ਹੈ ਜੀ। ਤੇ ਇਹਦੇ ਪਿੱਛੇ ਇਹ ਜਿਹੜੀ ਕਟਾ ਹਾਂਜੀ, ਇਹ ਘਟਾ 8 ਦਿਨ ਦੀ ਸੂਈ ਹੈ। 8 ਦਿਨ ਦੀ ਸੂਈ ਹੈ ਜੀ, ਇਹ ਕਟਾ ਨਾਲ ਅਤੇ ਨਾਜ਼ਰੀਨ ਤੁਸੀਂ ਵੇਖ ਸਕਦੇ ਹੋ। ਭਾਈ ਸੈਫੁਰ ਰਹਿਮਾਨ ਸਾਹਿਬ ਡਿਟੇਲ ਨਾਲ ਸਾਨੂੰ ਦੱਸ ਰਹੇ ਨੇ ਔਰ ਪਿੰਡ ਉਹਨਾਂ ਨੇ ਕੱਕ ਦੱਸਿਆ ਹੈ, ਇਹ ਜ਼ਿਲ੍ਹਾ ਸਿਆਲਕੋਟ ਹੈ, ਤਹਿਸੀਲ ਪਸਰੂਰ ਹੈ। ਔਰ ਜਿਹੜੇ ਲੋਕ ਇੰਟਰਸਟਡ ਨੇ, ਜਿਹੜੇ ਲੈਣਾ ਚਾਹੁੰਦੇ ਨੇ, ਔਰ ਜ਼ਰੂਰ ਇਹਨਾਂ ਨਾਲ ਰਾਬਤਾ ਕਰੋ। ਤੂੰ ਮਰਾਜ ਕਾ ਰੋਡ ਹੈ ਜੀ, ਕਰੀਬ ਤਰੀਨ ਜਿਹੜਾ ਵੇ ਮੇਨ ਅੱਡਾ ਉਹ ਭਾਗੋਵਾਲ ਭਾਗਵਾਲ ਤੂੰ ਮਰਾਜ ਜੀ। ਕਾ ਰੋਡ। ਨੰਬਰ ਜ਼ਰਾ ਆਪਣਾ ਭਾਈਜਨ ਬੋਲ ਦਿਓ। 0304 5183 012। ਠੀਕ ਹੈ ਜੀ ਸੈਫੁਰ ਰਹਿਮਾਨ ਸਾਹਿਬ, ਇਨਸ਼ਾਅੱਲਾ ਜਿਹੜੇ ਲੋਕ ਇੰਟਰਸਟਡ ਹੋਣਗੇ ਤੁਹਾਡੇ ਨਾਲ ਜ਼ਰੂਰ ਰਾਬਤਾ ਕਰ ਲੈਣਗੇ। ਬਹੁਤ ਸ਼ੁਕਰੀਆ ਜੀ।